ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਵਿੱਚ ਸੀਤਾ ਸ਼ਬਦ ਤੁਹਾਨੂੰ ਕਈ ਥਾਵਾਂ 'ਤੇ ਮਿਲੇਗਾ। ਗੁਰੂ ਸਾਹਿਬ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੀਤਾ ਸ਼ਬਦ ਕਈ ਥਾਵਾਂ 'ਤੇ ਵਰਤਿਆ ਹੈ, ਜਿਵੇਂ ਕਿ ਅੰਗ 465 ਉੱਪਰ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ। ਪਰਮਾਤਮਾ ਦੇ ਨਾਮ ਨੂੰ ਗਵਾਲਣਾ ਵੀ ਗਾਉਂਦੀਆਂ ਹਨ ਤੇ ਕ੍ਰਿਸ਼ਨ ਜੀ ਵੀ ਗਾਉਂਦੇ ਹਨ। ਰਾਮਚੰਦਰ ਜੀ ਅਤੇ ਸੀਤਾ ਹੋਰੀ ਵੀ ਪਰਮਾਤਮਾ ਦੇ ਨਾਮ ਨੂੰ ਗਾਉਂਦੇ ਹਨ। ਇਸੇ ਪ੍ਰਕਾਰ ਅੰਗ 954 ਉੱਪਰ ਪਾਤਸ਼ਾਹ ਨੇ ਲਿਖਿਆ ਹੈ, ਰੋਵੈ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ। ਜਦੋਂ ਸ਼੍ਰੀ ਰਾਮਚੰਦਰ ਜੀ ਨੂੰ ਦੇਸ਼ ਨਿਕਾਲਾ ਮਿਲਿਆ ਤਾਂ ਰਾਮਚੰਦਰ ਜੀ ਵੀ ਰੋਏ ਤੇ ਉਹਨਾਂ ਤੋਂ ਸੀਤਾ ਜੀ ਅਤੇ ਲਛਮਣ ਜੀ ਵੀ ਵਿਛੜ ਗਏ। ਰੋਵੈ ਦਹਿ ਸਿਰ ਲੰਕ ਗਵਾਏ ਜਿਨ ਸੀਤਾ ਆਦਿ ਡੌਰੂ ਵਾਏ। ਰਾਵਣ ਵੀ ਲੰਕਾ ਗਵਾ ਕੇ ਬਹੁਤ ਰੋਇਆ, ਜਿਸ ਨੇ ਸਾਧੂ ਬਣ ਕੇ ਸੀਤਾ ਜੀ ਨੂੰ ਚੁਰਾ ਕੇ ਲਿਆਂਦਾ ਸੀ। ਇਸੇ ਪ੍ਰਕਾਰ ਇੱਕ ਹੋਰ ਸ਼ਬਦ ਵਿੱਚ ਜੋ ਕਿ 1412 ਅੰਗ 'ਤੇ ਲਿਖਿਆ ਗਿਆ ਹੈ, ਗੁਰੂ ਜੀ ਫਰਮਾਉਂਦੇ ਹਨ, ਸੀਤਾ ਲੈ ਗਿਆ ਦਹਿ ਸਿਰੋ ਲਛਮਣ ਮੂਓ ਸਰਾਪ। ਕਿ ਜਦੋਂ ਰਾਵਣ ਸੀਤਾ ਨੂੰ ਚੁਰਾ ਕੇ ਲੈ ਗਿਆ ਸੀ ਤੇ ਜਦੋਂ ਰਾਮਚੰਦਰ ਜੀ ਦੇ ਭਰਾ ਲਛਮਣ ਜੀ ਸਰਾਪ ਨਾਲ ਆਪਣੇ ਪ੍ਰਾਣ ਤਿਆਗ ਗਏ ਸੀ, ਤਦੋਂ ਰਾਮਚੰਦਰ ਜੀ ਬਹੁਤ ਦੁਖੀ ਹੋਏ। ਮਨ ਮੈਂ ਝੂਰੈ ਰਾਮਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ। ਵੇਖੋ, ਸ਼੍ਰੀ ਰਾਮਚੰਦਰ ਜੀ ਆਪਣੇ ਮਨ ਵਿੱਚ ਸੀਤਾ ਜੀ ਦੀ ਖਾਤਰ ਦੁਖੀ ਹੋਏ ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ। ਇੱਥੇ ਪਾਤਸ਼ਾਹ ਫਰਮਾ ਰਹੇ ਹਨ ਕਿ ਸ਼੍ਰੀ ਰਾਮਚੰਦਰ ਜੀ ਸੀਤਾ ਜੀ ਅਤੇ ਲਛਮਣ ਜੀ ਦੇ ਵਿਯੋਗ ਵਿੱਚ ਬਹੁਤ ਦੁਖੀ ਹੋਏ। ਫਿਰ ਸ਼੍ਰੀ ਰਾਮਚੰਦਰ ਜੀ ਨੇ ਹਨੂਮਾਨ ਨੂੰ ਯਾਦ ਕੀਤਾ, ਜੋ ਪਰਮਾਤਮਾ ਵੱਲੋਂ ਬਣੇ ਸੰਜੋਗ ਦੇ ਕਾਰਨ ਸ਼੍ਰੀ ਰਾਮਚੰਦਰ ਜੀ ਦੀ ਸ਼ਰਨ ਆਏ ਸਨ। ਸੀਤਾ ਜੀ ਰਾਜਾ ਜਨਕ ਦੀ ਪੁੱਤਰੀ ਸੀ। ਇਹਨਾਂ ਦੇ ਜਨਮ ਦੀ ਕਥਾ ਅਨੋਖੀ ਹੈ। ਲਿਖਿਆ ਹੈ ਕਿ ਧਰਮੀ ਰਾਜਾ ਜਨਕ ਦੇ ਰਾਜ ਵਿੱਚ ਭਿਆਨਕ ਔੜ ਲੱਗੀ, ਭਾਵ ਕਿ ਪਾਣੀ ਦਾ ਕਾਲ ਪੈ ਗਿਆ। 12 ਸਾਲ ਮੀਂਹ ਨਾ ਵਰਿਆ। ਉਸ ਦੇ ਰਾਜ ਦੇ ਜੰਗਲ ਖੇਤ ਸਭ ਸੜ ਗਏ, ਤਲਾਬ ਸੁੱਕ ਗਏ, ਪਸ਼ੂ ਤੇ ਪੰਛੀ ਭੁੱਖ ਨਾਲ ਵਿਆਕੁਲ ਹੋਣ ਲੱਗੇ। ਪ੍ਰਜਾ ਦੇ ਅਨੇਕਾਂ ਪੁਰਸ਼ ਮਰਨ ਲੱਗੇ ਤੇ ਰਾਜਾ ਬਹੁਤ ਘਬਰਾ ਗਿਆ, ਕਿਉਂਕਿ ਰਾਜੇ ਦਾ ਧਰਮ ਹੁੰਦਾ ਹੈ ਪ੍ਰਜਾ ਦੀ ਰੱਖਿਆ ਕਰਨੀ। ਜੋ ਜਾਨ ਮਾਲ ਦੀ ਰੱਖਿਆ ਨਾ ਕਰੇ ਸੋ ਰਾਜਾ ਨਹੀਂ ਹੁੰਦਾ। ਲੋਕਾਂ ਦੇ ਮਰਨ ਦਾ ਪਾਪ ਰਾਜਾ ਜਨਕ ਦੇ ਸਿਰ ਲੱਗਣ ਲੱਗਾ। ਹਰ ਪਾਸੇ ਮੌਤ ਦੇਖ ਕੇ, ਮੌਤ ਸੁਣ ਕੇ ਰਾਜਾ ਘਬਰਾ ਗਿਆ। ਰਾਜਾ ਜਨਕ ਨੇ ਇੱਕ ਸਭਾ ਸੱਦੀ। ਉਸ ਸਭਾ ਵਿੱਚ ਆਪਣੇ ਰਾਜ ਦੇ ਸਾਰੇ ਸਿਆਣੇ ਪੁਰਸ਼ ਤੇ ਜੋਤਸ਼ੀ ਸੱਦੇ। ਸਭਾ ਵਿੱਚ ਵਿਸ਼ਾ ਇਹ ਰੱਖਿਆ ਕਿ ਰਾਜ ਵਿੱਚ ਐਨੀ ਔੜ ਲੱਗਣ ਦਾ ਕੀ ਕਾਰਨ ਹੈ, ਕਿਸ ਪਾਪ ਦਾ ਫਲ ਹੈ। ਕਈਆਂ ਸਿਆਣੇ ਪੁਰਸ਼ਾਂ ਨੇ ਆਪੋ ਆਪਣੀ ਅਕਲ ਅਨੁਸਾਰ ਉੱਤਰ ਦਿੱਤੇ, ਪਰ ਰਾਜੇ ਦੀ ਤਸੱਲੀ ਨਾ ਹੋਈ। ਇੱਕ ਬੁੱਢੇ ਰਿਸ਼ੀ ਨੇ ਆਖਿਆ, ਹੇ ਰਾਜਨ, ਗੱਲ ਇਹ ਹੈ ਕਿ ਤੁਸਾਂ ਦੇ ਰਾਜ ਵਿੱਚ ਰਾਵਣ ਦੇ ਦੂਤ ਇੱਕ ਘੜਾ ਨੱਪ ਗਏ ਹਨ। ਜਿੰਨਾ ਚਿਰ ਇਹ ਪੁੱਟਿਆ ਨਾ ਜਾਏ ਓਨਾ ਚਿਰ ਸਮਝ ਲਓ ਆਪ ਦੇ ਰਾਜ ਵਿੱਚ ਨੁਕਸਾਨ ਹੀ ਨੁਕਸਾਨ ਹੈ। ਕਿਸੇ ਨੇਕ ਕਰਮ ਕਰਕੇ ਆਪ ਬਚ ਗਏ, ਨਹੀਂ ਤੇ ਕੁੱਲ ਨਾਸ ਹੋ ਜਾਣੀ ਸੀ। ਉਹ ਘੜਾ ਕੈਸਾ ਹੈ, ਉਸ ਵਿੱਚ ਕੀ ਹੈ? ਰਾਜਾ ਜਨਕ ਨੇ ਪੁੱਛ ਕੀਤੀ। ਉਹ ਸਭ ਕੁਝ ਜਾਣਨ ਲਈ ਕਾਹਲਾ ਸੀ। ਰਿਸ਼ੀ ਨੇ ਆਖਿਆ, ਹੇ ਰਾਜਨ, ਇੱਕ ਸਮੇਂ ਹੰਕਾਰੀ ਤੇ ਪਾਪੀ ਰਾਜੇ ਰਾਵਣ ਨੇ ਆਪਣੇ ਰਾਜ ਦੇ ਰਿਖੀ ਤੇ ਤਪਸਵੀ ਲੋਕਾਂ ਕੋਲੋਂ ਕਰ ਮੰਗਿਆ ਸੀ, ਪਰ ਰਿਖੀ ਲੋਕਾਂ ਕੋਲ ਕਰ ਦੀ ਮਾਇਆ ਕਿੱਥੇ। ਜਦੋਂ ਰਾਵਣ ਦੇ ਦੂਤ ਰਿਖੀ ਆਸ਼ਰਮਾਂ ਵਿੱਚ ਕਰ ਲੈਣ ਗਏ ਤਾਂ ਸਾਰੇ ਰਿਖੀਆਂ ਨੇ ਸਲਾਹ ਕਰਕੇ ਇੱਕ ਘੜੇ ਵਿੱਚ ਆਪਣੇ ਸਰੀਰ ਦਾ ਲਹੂ ਪਾਇਆ। ਉਸ ਘੜੇ ਦਾ ਮੂੰਹ ਬੰਦ ਕਰ ਦਿੱਤਾ। ਨਾਲ ਹੀ ਦੂਤਾਂ ਨੂੰ ਆਖ ਦਿੱਤਾ,
ਕਿ ਰਾਵਣ ਇਸ ਘੜੇ ਦਾ ਮੂੰਹ ਨਾ ਖੋਲੇ। ਜੇ ਖੋਲੇਗਾ ਤਾਂ ਉਸ ਦਾ ਸਰਬਨਾਸ਼ ਹੋ ਜਾਏਗਾ। ਇਸ ਵਿੱਚ ਰਾਵਣ ਦਾ ਕਾਲ ਹੈ। ਜੋ ਰਾਜਾ ਗਰੀਬਾਂ ਨੂੰ ਤੰਗ ਕਰਦਾ ਹੈ ਉਹ ਸੁਖੀ ਨਹੀਂ ਹੋ ਸਕਦਾ। ਦੂਤ ਰਾਜਾ ਰਾਵਣ ਕੋਲ ਉਹ ਘੜਾ ਲੈ ਗਏ। ਜਦੋਂ ਰਾਵਣ ਦੇਖਣ ਲੱਗਾ ਤਾਂ ਦੂਤ ਨੇ ਰੋਕ ਦਿੱਤਾ। ਉਹਨਾਂ ਨੇ ਰਾਵਣ ਨੂੰ ਦੱਸਿਆ, ਇਹ ਰਾਵਣ, ਰਿਖੀਆਂ ਨੇ ਸ਼ਰਾਪ ਦਿੱਤਾ ਹੈ, ਜੇ ਇਸ ਨੂੰ ਖੋਲੋਗੇ ਤਾਂ ਤੁਸਾਂ ਦਾ ਸਰਬ ਨਾਸ਼ ਹੋ ਜਾਏਗਾ। ਇਹ ਸੁਣ ਕੇ ਰਾਵਣ ਕ੍ਰੋਧ ਵਿੱਚ ਆ ਗਿਆ। ਉਸਨੇ ਹੁਕਮ ਦਿੱਤਾ, ਇਸ ਘੜੇ ਨੂੰ ਦੂਰ ਕਿਸੇ ਰਾਜ ਦੀ ਧਰਤੀ ਵਿੱਚ ਨਾ ਪਾਓ। ਦੂਤ ਉਸ ਘੜੇ ਨੂੰ ਆਪ ਦੇ ਰਾਜ ਵਿੱਚ ਨੱਪ ਗਏ। ਉਹ ਘੜਾ ਹੁਣ ਪੁੱਟਿਆ ਜਾਏ ਤੇ ਉਸ ਦਾ ਮੂੰਹ ਖੋਲ੍ਹਿਆ ਜਾਏ। ਪਾਪੀ ਰਾਵਣ ਦਾ ਨਾਸ਼ ਹੋਏਗਾ, ਕਿਉਂਕਿ ਉਹ ਅਜੇ ਵੀ ਪ੍ਰਜਾ ਨੂੰ ਤੰਗ ਕਰਦਾ ਹੈ। ਉਸ ਨੂੰ ਪ੍ਰਾਪਤ ਕੀਤੀ ਬ੍ਰਹਮ ਵਿਦਿਆ ਦਾ ਭੈ ਹੈ। ਰਾਜਾ ਜਨਕ ਨੇ ਮੁੜ ਪੁੱਛਿਆ, ਉਹ ਘੜਾ ਕਿਵੇਂ ਪੁੱਟਿਆ ਜਾ ਸਕਦਾ ਹੈ? ਉਸ ਦਾ ਮਨ ਪ੍ਰਸੰਨ ਹੋ ਗਿਆ। ਆਸ ਹੋ ਗਈ ਕਿ ਉਹ ਪ੍ਰਜਾ ਦਾ ਦੁੱਖ ਨਿਵਰਤ ਕਰੇਗਾ। ਆਪ ਸੋਨੇ ਦਾ ਹਲ ਲੈ ਕੇ ਖੇਤਾਂ ਵਿੱਚ ਜਾਓ। ਆਪ ਉਸੇ ਖੇਤ ਵਿੱਚ ਵੜੋਗੇ ਜਿੱਥੇ ਘੜਾ ਹੈ। ਬਸ ਉਸ ਦਾ ਮੂੰਹ ਖੋਲ ਦਿਓ। ਰਿਸ਼ੀ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ। ਉਸ ਵੇਲੇ ਹੁਕਮ ਕੀਤਾ ਗਿਆ ਤੇ ਫਿਰ ਸੋਨੇ ਦਾ ਹਲ ਤਿਆਰ ਕੀਤਾ ਗਿਆ ਤੇ ਰਾਜਾ ਜਨਕ ਨੇ ਖੇਤ ਵਿੱਚ ਜਾ ਕੇ ਹਲ ਜੋਇਆ। ਹਲ ਜੋਣ ਨਾਲ ਤੇਜਪੁਰੇ ਦੀ ਹਵਾ ਆਈ, ਮੁੜ ਬੱਦਲ ਬਣੇ ਤੇ ਅਚਾਨਕ ਉਸ ਦੇ ਹਲ ਨਾਲ ਘੜਾ ਅੜਿਆ। ਘੜੇ ਨੂੰ ਪੁੱਟਿਆ ਗਿਆ। ਜਦੋਂ ਉਸ ਦਾ ਮੂੰਹ ਖੋਲ੍ਹਿਆ ਤਾਂ ਉਸ ਵਿੱਚ ਨਿੱਕੀ ਜਿਹੀ ਸੁੰਦਰ ਕੰਨਿਆ ਸੀ। ਉਸ ਕੰਨਿਆ ਨੂੰ ਰਾਜੇ ਜਨਕ ਨੇ ਚੁੱਕ ਲਿਆ। ਖੇਤ ਵਿੱਚੋਂ ਲੱਭਣ ਦੇ ਕਾਰਨ ਉਸ ਦਾ ਨਾਮ ਸੀਤਾ ਰੱਖਿਆ ਗਿਆ। ਘੜੇ ਦਾ ਮੂੰਹ ਖੁੱਲ੍ਹਣ ਤੇ ਮੋਹਲੇ ਧਾਰ ਬਾਰਿਸ਼ ਹੋ ਗਈ। ਪ੍ਰਜਾ ਸੁਖੀ ਤੇ ਰਾਜ ਭਵਨ ਵਿੱਚ ਪਲ ਕੇ ਸੀਤਾ ਜਵਾਨ ਹੋ ਗਈ। ਉਸਨੇ ਇੱਕ ਦਿਨ ਸ਼ਿਵ ਧਨੁਖ ਨੂੰ ਚੁੱਕ ਲਿਆ। ਇਹ ਦੇਖ ਕੇ ਜਨਕ ਨੇ ਫੈਸਲਾ ਕੀਤਾ ਕਿ ਜੇ ਕੋਈ ਰਾਜਕੁਮਾਰ ਸ਼ਿਵ ਧਨੁਖ ਤੇ ਚਿਲਾ ਚੜਾਏਗਾ ਉਸ ਨਾਲ ਸੀਤਾ ਜੀ ਦਾ ਵਿਆਹ ਹੋ ਜਾਏਗਾ। ਸੋ ਸ਼੍ਰੀ ਰਾਮ ਚੰਦਰ ਜੀ ਨੇ ਉਹ ਸ਼ਰਤ ਪੂਰੀ ਕੀਤੀ ਤੇ ਸੀਤਾ ਨੂੰ ਵਿਆਹ ਕੇ ਅਯੋਧਿਆਪੁਰੀ ਲੈ ਆਏ। ਸ਼੍ਰੀ ਰਾਮ ਚੰਦਰ ਜੀ ਨੂੰ ਬਨਵਾਸ ਹੋਇਆ ਤਾਂ ਸਤੀ ਸੀਤਾ ਜੀ ਆਪਣੇ ਪਤੀ ਪਰਮੇਸ਼ਰ ਦੇ ਦੁੱਖ ਸੁੱਖ ਵਿੱਚ ਸਹਾਈ ਹੋਣ ਬਦਲੇ ਉਹਨਾਂ ਦੇ ਨਾਲ ਹੀ ਇੱਕ ਸੰਨਿਆਸਨ ਦਾ ਰੂਪ ਧਾਰਨ ਕਰਕੇ ਜੰਗਲਾਂ ਨੂੰ ਚਲੀ ਗਈ। ਰਾਜ ਮਹਿਲ ਤੇ ਰਾਜ ਸੁੱਖਾਂ ਦਾ ਸੀਤਾ ਜੀ ਨੇ ਤਿਆਗ ਕਰ ਦਿੱਤਾ। ਰਾਵਣ ਜਦੋਂ ਸੀਤਾ ਨੂੰ ਛਲ ਕੇ ਲੈ ਗਿਆ ਤਾਂ ਸ਼੍ਰੀ ਰਾਮ ਚੰਦਰ ਜੀ ਸੀਤਾ ਦੇ ਵੈਰਾਗ ਵਿੱਚ ਬਹੁਤ ਦੁਖੀ ਹੋਏ ਤੇ ਅਸ਼ੋਕ ਵਾਟਕਾ ਵਿੱਚ ਰਹੇ। ਰਾਵਣ ਵੱਲੋਂ ਦਿੱਤੇ ਗਏ ਕਸ਼ਟ ਸਰੀਰ ਤੇ ਮਨ ਤੇ ਝੱਲੇ, ਪਰ ਇਸਤਰੀ ਧਰਮ ਦਾ ਤਿਆਗ ਨਾ ਕੀਤਾ। ਸੀਤਾ ਮਾਤਾ ਰਾਵਣ ਦੁਆਰਾ ਦਿੱਤੇ ਗਏ ਲਾਲਚਾਂ ਵਿੱਚ ਨਾ ਆਈ ਤੇ ਅੰਤ ਵਿੱਚ ਰਾਵਣ ਦਾ ਕਾਲ ਬਣੀ। ਸੀਤਾ ਜੀ ਦੇ ਕਾਰਨ ਹੀ ਰਾਵਣ ਦੀ ਮੌਤ ਹੋਈ। ਉਸ ਦੀ ਸਾਰੀ ਕੁਲ ਮਾਰੀ ਗਈ। ਰਾਵਣ ਨੂੰ ਮਾਰਨ ਤੋਂ ਪਿੱਛੋਂ ਜਦੋਂ ਸੀਤਾ ਜੀ ਨੇ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਜੀ ਦੇ ਧਰਮ ਦੀ ਪ੍ਰੀਖਿਆ ਕੀਤੀ। ਉਹਨਾਂ ਨੂੰ ਅੱਗ ਵਿੱਚ ਬਿਠਾਇਆ ਗਿਆ। ਅਗਨ ਦੇਵਤਾ ਨੇ ਸੀਤਾ ਜੀ ਦੇ ਸਰੀਰ ਨੂੰ ਸੇਕ ਨਾ ਲਾਇਆ ਤੇ ਧਰਮ ਦੀ ਜੈ ਹੋਈ। ਸ਼੍ਰੀ ਰਾਮ ਚੰਦਰ ਜੀ ਸੀਤਾ ਜੀ ਨੂੰ ਨਾਲ ਲੈ ਕੇ ਅਯੋਧਿਆਪੁਰੀ ਆ ਗਏ। ਕੁਝ ਸਮਾਂ ਸੁੱਖ ਦਾ ਲੰਘਿਆ। ਸੀਤਾ ਜੀ ਦੇ ਪੈਰ ਭਾਰੇ ਹੋਏ। ਮਾਂ ਬਣਨ ਦੀ ਆਸ਼ਾ ਪੂਰਨ ਹੋਣ ਲੱਗੀ ਤਾਂ ਇੱਕ ਦਿਨ ਐਸਾ ਆਇਆ ਕਿ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਜੀ ਨੂੰ ਬਨਵਾਸ ਦਾ ਹੁਕਮ ਦੇ ਦਿੱਤਾ। ਤਿਆਗ ਤੇ ਬਨਵਾਸ ਦੇ ਹੁਕਮ ਦੇਣ ਦਾ ਕਾਰਨ ਸਿਰਫ ਪ੍ਰਜਾ ਵਿੱਚੋਂ ਉੱਠੀ ਆਵਾਜ਼ ਸੀ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਜੀ ਦਾ ਤਿਆਗ ਕਰਕੇ ਬਹੁਤ ਦੁੱਖ ਉਠਾਇਆ। ਸ਼੍ਰੀ ਲక్ష్మణ ਜੀ ਜਮਨਾ ਪਾਰ ਉੱਤਰਾਖੰਡ ਦੇ ਜੰਗਲਾਂ ਵਿੱਚ ਸੀਤਾ ਜੀ ਨੂੰ ਛੱਡ ਗਏ। ਸੀਤਾ ਜੀ ਕਾਲੇ ਜੰਗਲਾਂ ਵਿੱਚੋਂ ਵਿਚਰਦੇ ਹੋਏ ਵਾਲਮੀਕੀ ਜੀ ਦੇ ਆਸ਼ਰਮ ਵਿੱਚ ਪੁੱਜੇ, ਜਿਸ ਸਥਾਨ ਨੂੰ ਅੱਜ ਕੱਲ੍ਹ ਰਾਮ ਤੀਰਥ ਆਖਿਆ ਜਾਂਦਾ ਹੈ, ਜੋ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ। ਸ਼੍ਰੀ ਵਾਲਮੀਕੀ ਜੀ ਦੇ ਆਸ਼ਰਮ ਵਿੱਚ ਰਹਿੰਦਿਆਂ ਹੀ ਸੀਤਾ ਜੀ ਨੇ 2 ਰਾਜਕੁਮਾਰਾਂ ਨੂੰ ਜਨਮ ਦਿੱਤਾ। ਇੱਕ ਰਾਜਕੁਮਾਰ ਲਵ ਤੇ ਦੂਸਰਾ ਕੁਸ਼ ਸੀ। ਦੋਵੇਂ ਰਾਜਕੁਮਾਰ ਜਵਾਨ ਹੋਏ। ਵਾਲਮੀਕੀ ਨੇ ਉਹਨਾਂ ਨੂੰ ਸ਼ਸਤਰ ਤੇ ਸ਼ਾਸਤਰ ਵਿਦਿਆ ਸਿਖਾਈ। ਉਹ ਦੋਵੇਂ ਮਹਾਬਲੀ ਰਾਜਕੁਮਾਰ ਬਣੇ। ਸ਼੍ਰੀ ਰਾਮ ਚੰਦਰ ਜੀ ਨੇ ਚੱਕਰਵਰਤੀ ਰਾਜਾ ਹੋਣ ਦਾ ਐਲਾਨ ਕਰਨ ਲਈ
ਅਸ਼ਵਮੇਧ ਯੱਗ ਦਾ ਘੋੜਾ ਛੱਡਿਆ। ਇਹਨਾਂ ਨੇ ਘੋੜਾ ਫੜ ਲਿਆ ਤੇ ਬਹੁਤ ਭਾਰੀ ਯੁੱਧ ਹੋਇਆ। ਯੁੱਧ ਵਿੱਚ ਸ਼੍ਰੀ ਰਾਮਚੰਦਰ ਜੀ ਪੁੱਤਰਾਂ ਹੱਥੋਂ ਘਾਇਲ ਹੋ ਗਏ। ਉਸ ਵੇਲੇ ਸੀਤਾ ਜੀ ਤੇ ਸ਼੍ਰੀ ਰਾਮਚੰਦਰ ਜੀ ਦਾ ਮੇਲ ਹੋਇਆ। ਸੀਤਾ ਜੀ ਧਰਤੀ ਵਿੱਚ ਅਲੋਪ ਹੋ ਗਏ। ਧਰਮ ਪਾਲਣ ਦੇ ਕਾਰਨ ਅੱਜ ਮੰਦਰਾਂ ਵਿੱਚ ਸੀਤਾ ਜੀ ਦਾ ਨਾਮ ਪਹਿਲਾਂ ਲਿਆ ਜਾਂਦਾ ਹੈ। ਸੋ ਸਾਧ ਸੰਗਤ ਜੀ, ਇਹ ਸੀ ਸੀਤਾ ਜੀ ਦੀ ਸਾਖੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।